देश दुनिया की हर ਵੱਡੀ खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਸੁਮੇਧ ਸਿੰਘ ਸੈਣੀ ਦੇ ਕੰਮਾਂ ਕਰਕੇ ਹੀ ਉਹਦੇ ਖਿਲਾਫ ਹੈ। ਉਹਨੇ ਇਨੋਸੈਂਟ ਬੰਦੇ ਮਾਰੇ ਆ ਤਾਂ ਹੀ ਉਹਨੂੰ ਪ੍ਰੋਸੀਕਿਊਟ ਕਰ ਰਹੇ ਹੈ। ਟ੍ਰਾਇਲ ਇਹ ਇਨਫਲੂਐਂਸ ਕਰ ਰਿਹਾ, ਜੱਜਾਂ ਨੂੰ ਇਹ ਧਮਕਾ ਰਿਹਾ, ਹਾਈ ਕੋਰਟ ਦੇ ਜੱਜ ਨੂੰ ਧਮਕਾਇਆ ਇਹਨੇ। ਉਸ ਤੋਂ ਇਲਾਵਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਇੱਕ ਰਿਪੋਰਟ ਟੇਬਲ ਹੋਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇੰਡੀਆ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਸੁਮੇਧ ਸਿੰਘ ਸੈਣੀ ਵਰਗੀਆਂ ਹਿਊਮਨ ਰਾਈਟਸ ਵਾਇਲੇਟਰਸ ਨੂੰ ਡੀਜੀਪੀ ਬਣਾਇਆ ਜਾਂਦਾ। ਸੈਣੀ ਬੰਬ ਬਲਾਸਟ ਮਾਮਲੇ 'ਚ ਬਲਵੰਤ ਸਿੰਘ ਮੁਲਤਾਨੀ ਜਿਹਦਾ ਕਿ 1991 ਵਿੱਚ ਸੈਕਟਰ 17 ਦੇ ਪੁਲਿਸ ਸਟੇਸ਼ਨ ਵਿੱਚ ਮਰਡਰ ਹੋਇਆ ਸੀ। ਟੌਰਚਰ ਦੇ ਦੌਰਾਨ ਬਲਵੰਤ ਸਿੰਘ ਮੁਲਤਾਨੀ ਜਿਹੜੇ ਸੀਗੇ ਉਹ ਮਾਰੇ ਗਏ ਸੀਗੇ। ਇਸ ਮਾਮਲੇ 'ਚ ਮੋਹਾਲੀ ਪੁਲਿਸ ਨੇ FIR ਦਰਜ ਕੀਤੀ ਸੀਗੀ ਔਰ ਇਸ ਦੇ ਮਾਮਲੇ 'ਚ ਸੁਪਰੀਮ ਕੋਰਟ ਵਿੱਚ ਸੁਮੇਧ ਸਿੰਘ ਸੈਣੀ ਜੋ ਕਿ ਸਾਬਕਾ DGP ਹੈ ਪੰਜਾਬ ਪੁਲਿਸ ਦੇ, ਉਹਨਾਂ ਦੀ ਬੇਲ ਐਪਲੀਕੇਸ਼ਨ ਲੱਗੀ ਹੋਈ ਆ। ਅੱਜ ਸੁਪਰੀਮ ਕੋਰਟ 'ਚ ਸੁਣਵਾਈ ਸੀਗੀ। ਸਾਡੇ ਨਾਲ ਮੁਲਤਾਨੀ ਦੇ ਜਿਹੜੇ ਵਕੀਲ ਹੈ ਪ੍ਰਦੀਪ ਬਿਰਕ ਜੀ ਆ, ਉਹਨਾਂ ਤੋਂ ਜਾਣਦੇ ਹਾਂ ਕਿ ਅੱਜ ਕੋਰਟ 'ਚ ਕੀ ਹੋਇਆ। ਪ੍ਰਦੀਪ ਜੀ, ਅੱਜ ਕੋਰਟ 'ਚ ਕੀ ਰਿਹਾ? ਸੁਪਰੀਮ ਕੋਰਟ ਦੇ ਵਿੱਚ ਜੀ ਸੈਣੀ ਦੀ ਅਗਰਿਮ ਜ਼ਮਾਨਤ ਜਿਹੜੀ ਹੈ, ਅਗਾਊ ਜ਼ਮਾਨਤ, ਉਹ ਪੈਂਡਿੰਗ ਸੀ। ਇੰਟੈਰਿਮ ਪ੍ਰੋਟੈਕਸ਼ਨ ਸੈਣੀ ਨੂੰ ਕੋਰਟ ਨੇ ਦਿੱਤੀ ਹੋਈ ਹੈ ਕਿ ਇਨਵੈਸਟੀਗੇਸ਼ਨ ਜੁਆਇਨ ਕਰ ਲਵੇ ਅਤੇ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਟਾਈਮ ਮੰਗਿਆ ਗਿਆ ਹੈ। ਸੋ ਉਹ ਐਡਜਰਨਮੈਂਟ ਸਲਿੱਪ ਪੰਜਾਬ ਸਰਕਾਰ ਵੱਲੋਂ ਜਿਹੜੀ ਸੀ ਉਹ ਸਰਕੂਲੇਟ ਕੀਤੀ ਗਈ ਸੀ, ਜਿਹਦੇ ਕਰਕੇ ਹੁਣ ਕੋਰਟ ਨੇ 17 ਨਵੰਬਰ ਦੀ ਇਹਦੀ ਡੇਟ ਪਾਈ ਹੈ। ਪਰ ਪ੍ਰਦੀਪ ਜੀ, ਜਿੰਨੀ ਕੁ ਮੇਰੀ ਜਾਣਕਾਰੀ ਹੈ ਸ਼ਾਇਦ ਪੰਜਾਬ ਸਰਕਾਰ ਇਸ ਮਾਮਲੇ 'ਚ ਜਵਾਬ ਜਿਹੜਾ ਉਹ ਆਪਣਾ ਦਾਇਰ ਕਰ ਚੁੱਕੀ ਹੈ। ਹਾਂਜੀ, ਜਵਾਬ ਦਾਇਰ ਕਰ ਚੁੱਕੀ ਹੈ। ਉਹਨਾਂ ਨੇ ਆਰਗੂਮੈਂਟਸ ਲਈ ਟਾਈਮ ਮੰਗਿਆ। ਸੋ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਇੰਟੈਰਿਮ ਪ੍ਰੋਟੈਕਸ਼ਨ ਇਹਨੂੰ ਆਲਰੇਡੀ ਹੈਗੀ ਹੈ, ਸੋ ਸੈਣੀ ਨੂੰ ਕੋਈ ਪ੍ਰੈਜੂਡਿਸ ਨਹੀਂ ਕਾਜ਼ ਹੋਊਗਾ ਜੇ ਕੋਈ ਡੇਟ ਪੈ ਜਾਂਦੀ ਹੈ। ਸੋ ਇਸ ਕਰਕੇ ਕੋਰਟ ਨੇ ਵੀ ਐਡਜਰਨ ਕਰਤਾ ਹੈ। ਹੁਣ 17 ਨਵੰਬਰ ਨੂੰ ਇਹਦੀ ਬਹਿਸ ਹੈ, ਫਾਈਨਲ ਆਰਗੂਮੈਂਟਸ। ਮੇਰੇ ਖਿਆਲ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਵੀ ਸੈਣੀ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਆਲਰੇਡੀ ਬੇਲ ਮਿਲੀ ਹੋਈ ਆ। ਸਰਕਾਰ ਨੂੰ ਵੀ ਕੋਈ ਫਰਕ ਨਹੀਂ ਪੈਂਦਾ, ਪਰ ਤੁਸੀਂ ਤਾਂ ਮੁਲਤਾਨੀ ਵੱਲੋਂ ਵਕੀਲ ਹੋ ਅਤੇ ਤੁਹਾਨੂੰ ਸ਼ਾਇਦ ਤੁਹਾਡੇ ਕਲਾਇੰਟ ਨੂੰ ਜ਼ਰੂਰ ਇਸ ਚੀਜ਼ ਦਾ ਫਰਕ ਪੈਂਦਾ ਹੋਣਾ। ਦੇਖੋ, ਫਰਕ ਪੈਂਦਾ ਹੈ, ਪਰ ਜਿੱਥੇ ਤੁਸੀਂ ਇਹ ਵੇਖੋ ਕਿ ਬੰਦੇ ਨੂੰ 29 ਸਾਲ ਵੇਟ ਕੀਤੀ ਹੈ, ਤਫਤੀਸ਼ ਪੈਂਡਿੰਗ ਹੈ। ਇਹ ਤਾਂ ਹੈ ਨਹੀਂ ਕੋਈ ਤਫਤੀਸ਼ ਰੁਕ ਗਈ। ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਜਿਵੇਂ KIP ਸਿੰਘ ਦਾ ਹੁਣ ਰੋਲ ਬਾਹਰ ਆਇਆ, ਉਹ ਬਾਹਰ ਭੱਜ ਗਿਆ, ਜਾਂ ਬਾਕੀ ਹੋਰ ਚੀਜ਼ਾਂ ਜੋ ਤਫਤੀਸ਼ ਦੇ ਵਿੱਚ ਇਹ ਕੱਢ ਰਹੇ ਹੋਣਗੇ, ਉਹਨਾਂ 'ਤੇ ਤਾਂ ਕੋਈ ਸਟੇ ਹੈ ਨਹੀਂ। ਸੋ ਸਾਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ 15 ਦਿਨ ਬਾਅਦ ਇਹ ਫਾਈਨਲ ਫੈਸਲਾ ਹੁੰਦਾ ਹੈ ਕਿ ਅੱਜ ਹੋ ਜਾਂਦਾ ਹੈ। ਫੈਸਲਾ ਜ਼ਮਾਨਤ ਦੇ ਉੱਤੇ ਹੈ। ਉਹ ਜ਼ਮਾਨਤ ਦੇ ਫੈਸਲੇ ਦਾ ਅਸਰ ਸੈਣੀ ਦੀ ਕਸਟੋਡੀਅਲ ਇੰਟਰੋਗੇਸ਼ਨ ਹੋਣੀ ਹੈ ਜਾਂ ਨਹੀਂ ਹੋਣੀ, ਇਹ ਸੁਪਰੀਮ ਕੋਰਟ ਨੇ ਡਿਸਾਈਡ ਕਰਨਾ ਹੈ। ਸੋ ਜਦੋਂ ਤੱਕ ਆਨਰੇਬਲ ਸੁਪਰੀਮ ਕੋਰਟ ਇਸ ਚੀਜ਼ ਨੂੰ ਡਿਸਾਈਡ ਨਹੀਂ ਕਰਦਾ, ਉਦੋਂ ਤੱਕ ਸੈਣੀ ਨੂੰ ਪ੍ਰੋਟੈਕਸ਼ਨ ਹੈ ਅਰੈਸਟ ਤੋਂ। ਉਦੋਂ ਤੱਕ ਬਾਕੀ ਤਫਤੀਸ਼ ਐਟਲੀਸਟ ਚੱਲ ਰਹੀ ਹੈ। ਹੋ ਸਕਦਾ ਹੋਰ ਤੱਥ ਇਹਦੇ ਖਿਲਾਫ ਜਿਹੜੇ ਵੀ ਇਹਦੇ ਖਿਲਾਫ ਐਵੀਡੈਂਸ ਹੈਗੀ ਹੈ ਹੋਰ ਉਸ ਰਿਕਾਰਡ 'ਤੇ ਆ ਜਾਊਗੀ। ਸੋ ਉੱਥੇ ਸਾਨੂੰ ਡਿਸਐਡਵਾਂਟੇਜ ਨਹੀਂ ਹੈ ਉਸ ਚੀਜ਼ ਦਾ। ਜਿੱਦਾਂ ਪ੍ਰਦੀਪ ਜੀ ਤੁਸੀਂ ਹੁਣੀ ਗੱਲ ਕੀਤੀ ਵੀ KIP ਸਿੰਘ ਜਿਹੜੇ ਕਿ ਉਸ ਸਮੇਂ SHO ਸੀਗੇ ਸੈਕਟਰ 17 ਪੁਲਿਸ ਸਟੇਸ਼ਨ ਦੇ, ਅਤੇ ਉਹ ਇਸ ਮਾਮਲੇ 'ਚ ਅਕਿਊਜ਼ਡ ਹੈ ਮੁਲਤਾਨੀ ਵਾਲੇ ਮਾਮਲੇ 'ਚ, ਅਤੇ ਉਹ ਹੁਣੀ ਜਿਸ ਟਾਈਮ ਸੈਣੀ ਸਾਹਿਬ ਦੀ ਅਰੈਸਟ ਲਈ ਪੁਲਿਸ ਕੋਸ਼ਿਸ਼ ਕਰ ਰਹੀ ਸੀਗੀ, ਇਸ ਦੌਰਾਨ ਜਿਸ ਟਾਈਮ KIP ਸਾਹਿਬ ਨੂੰ ਪਤਾ ਲੱਗਿਆ ਵੀ ਮੇਰੇ 'ਤੇ ਵੀ ਕੋਈ ਦਬਾਅ ਹੈ, ਮੇਰੀ ਵੀ ਅਰੈਸਟ ਹੋ ਸਕਦੀ ਆ, ਉਹਨਾਂ ਨੇ ਕੈਨੇਡਾ ਦਾ ਰੁਖ ਕਰ ਲਿਆ। ਔਰ ਮੈਨੂੰ ਇਹ ਵੀ ਪਤਾ ਲੱਗਿਆ ਵੀ ਸ਼ਾਇਦ ਉਹ ਆਥੋਰਾਈਜ਼ ਨਹੀਂ ਸੀਗੇ ਕਿਉਂਕਿ ਜਿਹੜੇ ਵਿਜ਼ਟਰ ਵੀਜ਼ਾ 'ਤੇ ਜਿਹੜੇ ਲੋਕ ਹੈਗੇ ਆ, ਹਾਲੇ ਉਹਨਾਂ ਲਈ ਮੇਰੇ ਖਿਆਲ ਬਾਹਰ ਜਾਣ ਦਾ ਜਿਹੜਾ ਸਰਕਾਰ ਵੱਲੋਂ ਹਾਲੇ ਫੈਸਿਲਿਟੀ ਜਿਹੜੀ ਹੈ ਜਾਂ ਅਲਾਓ ਹਾਲੇ ਨਹੀਂ ਕੀਤਾ ਗਿਆ। ਔਰ ਉਸ ਦੇ ਬਾਵਜੂਦ ਮੇਰੇ ਖਿਆਲ KIP ਸਿੰਘ ਜੀ ਜਿਹੜੇ ਹੈਗੇ ਆ ਉਹ ਭੱਜਣ 'ਚ ਇੱਥੋਂ ਕਾਮਯਾਬ ਰਹੇ। ਅਤੇ ਇਸ ਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦੀ ਇਨਵੋਲਵਮੈਂਟ ਸੀਗੀ ਜਾਂ ਉਹਨਾਂ ਨੂੰ ਵੀ ਡਰ ਸੀਗਾ ਵੀ ਹਾਂ ਜੀ ਪੁਲਿਸ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਮਾਮਲੇ 'ਚ ਅਰੈਸਟ ਕਰੇਗੀ। ਦੇਖੋ, ਜਿੱਥੇ ਤੱਕ ਤਾਂ ਟਰੈਵਲ ਰਿਸਟ੍ਰਿਕਸ਼ਨਸ ਨੇ, ਹੋ ਸਕਦਾ ਵੀਜ਼ਾ ਪਹਿਲਾਂ ਦਾ ਲੈ ਕੇ ਰੱਖਿਆ ਹੋਵੇ, ਜਿਵੇਂ 10 ਈਅਰ ਵੀਜ਼ਾ ਜਾਂ ਮਲਟੀਪਲ ਐਂਟਰੀ ਵੀਜ਼ਾ ਮਿਲਿਆ ਹੁੰਦਾ ਹੈ। ਹੁਣ ਜੇ ਟੂਰਿਸਟ ਰਿਸਟ੍ਰਿਕਸ਼ਨ ਹੋਊਗੀ ਤਾਂ ਓਬਵੀਅਸਲੀ ਤੁਸੀਂ ਫਲਾਈਟ ਬੋਰਡ ਹੀ ਨਹੀਂ ਕਰ ਸਕਦੇ। ਇਹ ਕੋਈ ਇਲੀਗਲ ਤਰੀਕੇ ਨਾਲ ਤਾਂ ਗਿਆ ਤਾਂ ਲੀਗਲ ਤਰੀਕੇ ਨਾਲ ਹੀ ਹੋਣਾ ਹੈ। ਹੁਣ ਉਹ ਕੀ ਉਹਦੇ 'ਚ ਡਿਟੇਲਸ ਹੈ, ਕਦੋਂ ਦਾ ਵੀਜ਼ਾ ਮਿਲਿਆ ਸੀ, ਕੀ ਸੀ, ਉਹ ਮੇਰੇ ਕੋਲ ਨਹੀਂ ਹੈ ਕਿਉਂਕਿ ਨਾ ਮੈਨੂੰ KIP ਸਿੰਘ ਦੇ ਸੰਬੰਧ ਦਾ ਪਤਾ ਲੱਗਿਆ। ਮੈਂ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਡੇ ਟੂ ਡੇ ਬੇਸਿਸ 'ਤੇ ਤਾਂ ਇੰਟਰਫੀਅਰ ਕਰਦਾ ਨਹੀਂ। ਮੈਨੂੰ ਤਾਂ ਇਨਵੈਸਟੀਗੇਸ਼ਨ ਦੀਆਂ ਡਿਟੇਲਸ ਕੰਪਲੇਨੈਂਟ ਦੇ ਲਾਇਰ ਹੋਣ ਦੇ ਨਾਤੇ ਨਾ ਕੰਪਲੇਨੈਂਟ ਨੂੰ ਨਾ ਮੈਨੂੰ ਕੋਈ SIT ਵੱਲੋਂ ਡਿਟੇਲਸ ਮਿਲਦੀਆਂ ਹੈ, ਨਾ ਅਸੀਂ ਪੁੱਛਦੇ ਹਾਂ। ਸਾਨੂੰ ਤਾਂ ਜਦੋਂ ਕੋਰਟ ਦੇ ਵਿੱਚ ਜਾਂਦੇ ਹਾਂ ਤਾਂ ਪਤਾ ਲੱਗਦਾ ਕਿ ਆਹ ਤਫਤੀਸ਼ ਹੋਈ ਹੈ, ਆਹ ਤਫਤੀਸ਼ ਪੈਂਡਿੰਗ ਹੈ, ਆਹ ਤਫਤੀਸ਼ ਦੇ ਵਿੱਚ ਚੀਜ਼ਾਂ ਹੋਰ ਰਿਕਾਰਡ 'ਤੇ ਆ ਰਹੀਆਂ। ਕਈ ਥਾਵਾਂ 'ਤੇ ਜਿੱਥੇ ਮੈਨੂੰ ਐਜ਼ ਅ ਲਾਇਰ ਗਵਾਹ ਪਤਾ ਸੀ ਇਸ ਕੇਸ ਦੇ ਵਿੱਚ ਕਿਉਂਕਿ ਮੈਂ ਭੁੱਲਰ ਵੱਲੋਂ ਪਹਿਲਾਂ ਇਸ ਕੇਸ ਦੇ ਵਿੱਚ ਜੁੜਿਆ ਸੀ। ਸੋ ਮੈਂ ਉਹ ਜਿਹੜੇ ਵਿਟਨੈਸ ਅੱਗੇ ਲਿਆਤੇ ਮੈਂ ਜਾਂ ਜਿਹੜੇ ਵਿਟਨੈਸਿਸ ਨੇ ਮੈਨੂੰ ਕੰਟੈਕਟ ਕੀਤਾ, ਮੈਂ ਉਹਨਾਂ ਵਿਟਨੈਸਿਸ ਨੂੰ ਕੋਰਟ ਦੇ ਸਾਹਮਣੇ ਲਿਆਤਾ। ਉਹੋ ਜਿਹੀਆਂ ਚੀਜ਼ਾਂ ਮੈਂ ਕੀਤੀਆਂ, SIT ਦੇ ਸਾਹਮਣੇ ਲਿਆਤਾ। ਪਰ ਕਿਤੇ ਵੀ ਇਹਦੇ ਵਿੱਚ ਇਹ ਚੀਜ਼ ਨਹੀਂ ਹੈ ਕਿ KIP ਸਿੰਘ ਨੂੰ ਕਦੋਂ ਸਮਨ ਭੇਜਿਆ ਉਹਦੀ ਮੈਨੂੰ ਨੌਲੇਜ ਹੋਵੇ ਜਾਂ KIP ਸਿੰਘ ਦੇ ਖਿਲਾਫ ਕੀ ਕੀਤਾ ਹੈ।
ਕੀ ਐਵੀਡੈਂਸ ਇਹਨਾਂ ਨੇ ਲਿਆਂਦੀ ਹੈ, ਕਿਵੇਂ ਉਹਨੂੰ ਬਾਹਰ ਜਾਣ ਦਿੱਤਾ ਹੈ, ਉਹੋ ਜਿਹੀ ਕੋਈ ਡਿਟੇਲ ਮੇਰੇ ਕੋਲ ਨਹੀਂ ਹੈ ਅਵੇਲੇਬਲ ਜਿਹਦੇ ਬੇਸਿਸ 'ਤੇ ਮੈਂ ਆ ਕਹਿ ਸਕਾਂ। ਮੈਂ ਤਾਂ ਉਹ ਆਰਡਰ ਪੜ੍ਹਿਆ ਫਾਈਨਲੀ ਕਿ ਜਦੋਂ ਬਾਹਰ ਨਿਕਲ ਗਿਆ ਔਰ ਸਰਕਾਰ ਕਹਿ ਰਹੀ ਹੈ ਕਿ ਜੀ ਹੁਣ ਸਾਨੂੰ ਉਹਨੂੰ ਵਾਪਸ ਲਿਆਉਣਾ ਹੈ, ਸੋ ਐਕਸਟ੍ਰੈਡੀਸ਼ਨ ਪ੍ਰੋਸੈਸ ਅਸੀਂ ਸ਼ੁਰੂ ਕਰਨਾ ਹੈ, ਮੈਂ ਤਾਂ ਉਹ ਆਰਡਰ ਪੜ੍ਹਿਆ। ਪ੍ਰਦੀਪ ਜੀ, ਇਹ ਇਕੱਲਾ ਇਸ 'ਚ KIP ਮਤਲਬ ਕਿ ਜਿਹੜਾ ਹੈਗਾ ਅਕਿਊਜ਼ ਨਹੀਂ ਹੈ, ਬਲਕਿ ਹੋਰ ਚੰਡੀਗੜ੍ਹ ਪੁਲਿਸ ਦੇ ਹੋਰ ਕਈ ਮੁਲਾਜ਼ਮ ਹੈ ਜਿਨ੍ਹਾਂ 'ਚੋਂ 2 ਹੀ ਜਿਹੜੇ ਆ ਵਾਦਾ ਮਾਫ ਗਵਾਹ ਬਣੇ ਆ, ਬਾਕੀ ਤਾਂ ਹਾਲੇ ਉਹ ਕਹਿੰਦੇ ਅਕਿਊਜ਼ ਨੇ, ਇਸ 'ਚ ਆਰੋਪੀ ਨੇ, ਤੇ ਪੁਲਿਸ ਫਿਰ ਉਹਨਾਂ ਨੂੰ ਫੜਨ ਲਈ ਕੋਈ ਕੋਸ਼ਿਸ਼ ਕਰ ਰਹੀ ਹੈ ਕਿ ਉਹ ਵੀ ਕਿਤੇ ਅੰਡਰਗਰਾਊਂਡ ਹੋ ਗਿਆ, ਇੱਧਰ ਉੱਧਰ ਕਿਤੇ ਭੱਜ ਗਏ ਨੇ? ਆਹ ਡਿਟੇਲਸ ਹੁਣ ਉਹ ਵੀ KIP ਵਾਂਗੂ, ਜਿਵੇਂ KIP SHO ਸੀ ਉਸ ਪੁਲਿਸ ਸਟੇਸ਼ਨ ਦਾ, ਸੋ ਇਹਨੂੰ ਹੋਰ ਕਿਹੜੇ ਪੁਲਿਸ ਵਾਲਿਆਂ ਦੀ ਇਨਵੋਲਵਮੈਂਟ ਸੀ, ਕਿਹੜੇ ਉਸ ਮੌਕੇ 'ਤੇ ਮੌਜੂਦ ਸੀ, ਕਿਹੜੇ ਚੁੱਕਣ ਗਏ ਸੀ ਮੁਲਤਾਨੀ ਨੂੰ, ਭੁੱਲਰ ਫੈਮਿਲੀ ਦੇ ਜਿਹੜੇ ਮੈਂਬਰਸ ਚੁੱਕੇ ਗਏ ਉਹਨਾਂ ਨੂੰ ਕਿਹਨੇ ਚੁੱਕਿਆ, ਇਹ ਸਾਰੀਆਂ ਡਿਟੇਲਸ ਹੁਣ ਤਫਤੀਸ਼ ਦੇ ਵਿੱਚ ਆ ਰਹੀਆਂ। ਉਹ ਜਿਵੇਂ ਜਿਵੇਂ ਆ ਰਹੀਆਂ, ਕੁਝ ਲੋਕੀ ਮਰ ਚੁੱਕੇ ਹੈ, ਇੰਨੇ ਸਾਲ ਪੁਰਾਣਾ ਕੇਸ ਹੈ, ਜਿਹੜੇ ਜਿਉਂਦੇ ਨੇ ਉਹਨਾਂ 'ਚੋਂ ਕਿਹੜੇ ਕਿਹੜੇ ਅਕਿਊਜ਼ਡ ਬਣ ਰਹੇ ਨੇ, ਉਹ ਤਾਂ ਹੁਣ ਡਿਟੇਲ SIT ਦੇ ਸਕਦੀ ਹੈ, ਜਾਂ ਉਹ ਡਿਟੇਲ ਆਊਗੀ ਹੁਣ ਸੁਮੇਧ ਸੈਣੀ ਦੀ ਕਸਟੋਡੀਅਲ ਇੰਟੈਰੋਗੇਸ਼ਨ ਦੇ ਵਿੱਚ। ਜਦੋਂ ਸੈਣੀ ਨੂੰ ਇੰਟੈਰੋਗੇਟ ਕਰਨਗੇ ਉਦੋਂ ਇਹ ਸੱਚਾਈ ਸਾਹਮਣੇ ਆਊਗੀ ਕਿ ਕਿਹੜੇ ਪੁਲਿਸ ਵਾਲਿਆਂ ਨੂੰ ਇਹਨੇ ਕਿਹੜੇ ਕੰਮਾਂ ਦੇ ਲਈ ਯੂਜ਼ ਕੀਤਾ, ਕੀ ਉਹਨਾਂ ਦੀ ਡਿਊਟੀ ਲਈ ਕੀ ਕੀਤਾ। ਤੁਸੀਂ ਜਿੱਦਾਂ ਮਤਲਬ ਕਿ ਜਿਹੜੀ ਪੀੜਿਤ ਹੈ, ਪੀੜਿਤ ਦੇ ਵੱਲੋਂ ਤੁਸੀਂ ਵਕੀਲ ਹੋ, ਤੇ ਤੁਹਾਡਾ ਮਤਲਬ ਕਿ ਤੁਸੀਂ ਕੋਈ ਐਪਲੀਕੇਸ਼ਨ ਨਹੀਂ ਫਾਈਲ ਕਰ ਰਹੇ ਵੀ ਹਾਂ ਜੀ ਇਹ ਬੰਦੇ ਜਿਹੜੇ ਆ SIT ਜਿਹੜੀ ਹੈ ਕਿਤੇ ਨਾ ਕਿਤੇ ਲੀਨੀਅੰਟ ਵਿਊ ਅਪਣਾ ਰਹੀ ਹੈ, ਇਹਨਾਂ ਨੂੰ ਅਰੈਸਟ ਕਰਨ ਲੱਗੇ, ਜਦ ਕਿ ਹੋਰ ਐਸੀ ਕੇਸਾਂ 'ਚ ਦੇਖਿਆ ਵੀ ਪੁਲਿਸ ਜਿਹੜੀ ਹੈ ਬੜੀ ਫਾਸਟ ਕੰਮ ਕਰਦੀ ਹੈ ਕਿਸੇ ਨੂੰ ਅਰੈਸਟ ਕਰਨ ਲਈ, ਕਿਉਂਕਿ ਇਸ ਮਾਮਲੇ 'ਚ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ, ਅਧਿਕਾਰੀ ਆ, ਉਹੀ ਅਕਿਊਜ਼ ਹੈ, ਇਸ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਵੀ ਲੀਨੀਅੰਟ ਵਿਊ ਹੈ ਜਿਹੜਾ। ਵੇਖੋ, ਕਦੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਕੋਰਟ ਇੰਟਰਫੀਅਰ ਨਹੀਂ ਕਰਦੀ। ਜੇ ਮੈਂ ਅਰਜ਼ੀ ਲਾ ਵੀ ਦੇਵਾਂਗਾ, ਇੰਟਰਫੀਅਰੈਂਸ ਹੋਊਗੀ ਇਨਵੈਸਟੀਗੇਸ਼ਨ ਦੇ ਵਿੱਚ। ਕੋਰਟ ਮੋਨੀਟਰ ਇਨਵੈਸਟੀਗੇਸ਼ਨ ਨੂੰ ਤਾਂ ਕਰਦੀ ਹੈ ਜਦੋਂ ਆਹ ਮੁੱਦਾ ਉੱਠਦਾ ਹੈ ਕਿ ਇਨਵੈਸਟੀਗੇਸ਼ਨ ਅਨਫੇਅਰ ਹੈ, ਤੁਸੀਂ ਉਹਦੀ ਟ੍ਰਾਂਸਫਰ ਮੰਗਦੇ ਹੋ। ਐਜ਼ ਆਫ ਨਾਓ ਇੱਕ ਕੰਪਲੇਂਟ ਦਿੱਤੀ ਜਾਂਦੀ ਹੈ, ਤੁਸੀਂ ਵੇਖੋ, ਜਿਹਦੇ ਉੱਤੇ ਪੁਲਿਸ ਪਰਚਾ ਕਰ ਦਿੰਦੀ ਹੈ। ਸੋ ਕਿਤੇ ਵੀ ਆਹ ਤਾਂ ਸਾਨੂੰ ਡਾਊਟ ਹੈ ਨਹੀਂ ਕਿ ਤਫਤੀਸ਼ ਨਹੀਂ ਸ਼ੁਰੂ ਹੋਈ। ਜੇ ਕੋਈ ਕਮੀ ਰਹਿ ਗਈ ਕਿ 302 ਨਹੀਂ ਲਾਈ, ਉਹ ਅਸੀਂ ਅਰਜ਼ੀ ਕੋਰਟ ਦੇ ਵਿੱਚ ਦਿੱਤੀ, ਕੋਰਟ ਨੇ ਲਾਤੀ, ਵਾਦਾ ਮਾਫ ਗਵਾਹ ਬਣ ਗਏ। ਜਦੋਂ ਕੋਈ ਅਰਜ਼ੀ ਲਾ ਰਹੇ ਹਾਂ, ਸੈਣੀ ਦੀ ਜ਼ਮਾਨਤ ਅਪੋਜ਼ ਕਰ ਰਹੇ ਹਾਂ, ਕੋਰਟ ਉਸ ਚੀਜ਼ ਨੂੰ ਪੂਰਾ ਸੁਣ ਰਹੀ ਹੈ, ਕੋਰਟ ਉਹਦੇ 'ਤੇ ਐਕਟ ਅਪੋਨ ਵੀ ਕਰ ਰਹੀ ਹੈ। ਹੁਣ ਬਿਨਾਂ SIT ਤੋਂ ਕੋਈ ਡਿਟੇਲ ਲਿਆ, ਜੋ ਮੈਂ ਲੀਗਲੀ ਐਂਟਾਈਟਲਡ ਵੀ ਨਹੀਂ ਹਾਂ, SIT ਇਜ਼ ਨਾਟ ਸਪੋਜ਼ ਟੂ ਗਿਵ ਡਿਟੇਲਸ ਟੂ ਪਬਲਿਕ। ਸੋ ਮੇਰੇ ਕੋਲ ਉਹ ਡਿਟੇਲ ਹੈ ਨਹੀਂ, ਮੈਂ ਕਿਸ ਬੇਸਿਸ 'ਤੇ ਕੋਰਟ ਨੂੰ ਕਹਾਂ ਕਿ ਜੀ SIT ਦੀ ਜਿਹੜੀ ਤਫਤੀਸ਼ ਹੈ ਉਹ ਠੀਕ ਨਹੀਂ ਹੈ ਜਾਂ ਅਨਫੇਅਰ ਹੈ। ਆਹ ਗੱਲ ਹੈ। ਇਹ ਜਿਹੜਾ ਕੇਸ ਹੈਗਾ 1991 ਦਾ, ਜਿਹੜਾ ਟੌਰਚਰ ਦਾ ਕੇਸ ਹੈ, ਜਿਹੜਾ ਹਾਈਲਾਈਟ ਵੀ ਹੋਇਆ ਬਲਵੰਤ ਸਿੰਘ ਮੁਲਤਾਨੀ ਵਾਲਾ, ਤੇ ਇਹ ਵੀ ਕਿਹਾ ਜਾਂਦਾ ਹੈ ਵੀ ਉਸ ਟਾਈਮ ਜਿਹੜਾ ਸੈਣੀ ਬੰਬ ਬਲਾਸਟ ਕੇਸ ਸੀਗਾ, ਉਸ 'ਚ ਸਿਰਫ ਬਲਵੰਤ ਸਿੰਘ ਮੁਲਤਾਨੀ ਨੂੰ ਟੌਰਚਰ ਕਰਕੇ ਨਹੀਂ ਮਾਰਿਆ ਗਿਆ ਸੀ, ਬਲਕਿ ਉਸ ਦੇ ਨਾਲ ਹੋਰ ਵੀ ਬੰਦੇ ਸੀਗੇ ਜਿਨ੍ਹਾਂ ਨੂੰ ਟੌਰਚਰ ਕੀਤਾ ਗਿਆ, ਉਹ ਟੌਰਚਰ ਦੇ ਦੌਰਾਨ ਡੈਥ ਹੋ ਗਈ। ਉਹ ਕੇਸ ਦਾ ਕੀ ਰਿਵਿਊ ਆ, ਉਹ ਕਿਹੜੇ ਕਿਹੜੇ ਬੰਦੇ ਸੀਗੇ? ਪਹਿਲੀ ਗੱਲ ਤਾਂ ਜਿਹੜਾ ਮੁਲਤਾਨੀ ਨੂੰ ਜਦੋਂ ਚੁੱਕਿਆ 11 ਦਸੰਬਰ 1991, ਉਦੋਂ ਉਹਦੇ 'ਤੇ ਕੋਈ ਵੀ ਕੇਸ ਨਹੀਂ ਸੀ, ਉਹਨੂੰ ਇਲੀਗਲੀ ਚੁੱਕਿਆ ਗਿਆ। ਫਿਰ ਉਹਨੂੰ ਕਿਸੇ ਹੋਰ ਕੇਸ ਦੇ ਵਿੱਚ ਝੂਠਾ ਕੇਸ ਉਹਦੇ 'ਤੇ ਪਲਾਂਟ ਕੀਤਾ ਹੈ, ਫਿਰ ਸੈਣੀ ਕੇਸ ਦੇ ਵਿੱਚ ਨਾਮਜ਼ਦ, ਬੰਬ ਬਲਾਸਟ ਕੇਸ ਨਾਮਜ਼ਦ ਕੀਤਾ ਹੈ। ਹਾਂਜੀ। ਸੋ ਕਿਤੇ ਵੀ ਇਨੀਸ਼ੀਅਲੀ ਉਹਨੂੰ ਇਸ ਕੇਸ 'ਚ ਅਕਿਊਜ਼ਡ ਬਣਾਇਆ ਹੀ ਨਹੀਂ ਗਿਆ ਸੀ। ਦੂਜੀ ਗੱਲ, ਭੁੱਲਰ ਫੈਮਿਲੀ ਦੇ ਦਵਿੰਦਰਪਾਲ ਭੁੱਲਰ ਦੇ ਫਾਦਰ ਬਲਵੰਤ ਸਿੰਘ ਭੁੱਲਰ ਐਂਡ ਮਨਜੀਤ ਸਿੰਘ ਇਹਦੇ ਮਾਸੜ, ਇਹਨਾਂ ਨੂੰ ਵੀ ਐਲੀਮੀਨੇਟ ਕੀਤਾ ਗਿਆ ਇਸੇ ਤਰ੍ਹਾਂ ਕਸਟੋਡੀਅਲ ਟੌਰਚਰ ਤੋਂ ਬਾਅਦ। ਕਸਟੋਡੀਅਲ ਟੌਰਚਰ ਕਰਕੇ ਇਹਨਾਂ ਦੀ ਡੈਥ ਹੋਈ। ਉਹ ਡੈਥ ਤੋਂ ਬਾਅਦ ਇਹਨਾਂ ਦੀ ਬੋਡੀਜ਼ ਡਿਸਪੋਜ਼ ਆਫ ਕੀਤੀਆਂ ਗਈਆਂ, ਸੁਮੇਧ ਸਿੰਘ ਸੈਣੀ ਨੇ ਕਰਵਾਈਆਂ। ਇਹ CBI ਨੇ 2008 ਦੇ ਵਿੱਚ ਆਪਣੀ FIR ਜਿਹੜੀ ਰਜਿਸਟਰ ਇਹਨਾਂ ਨੇ ਕੀਤੀ ਹੈ, ਉਹ 9 ਮਹੀਨੇ ਦੀ ਪ੍ਰੀਲਿਮਿਨਰੀ ਇਨਕੁਆਇਰੀ ਤੋਂ ਬਾਅਦ ਕੀਤੀ ਹੈ। ਉਹਦੇ ਵਿੱਚ ਬੜੀ ਸਪੈਸੀਫਿਕਲੀ ਆ ਗੱਲ ਉਹਨਾਂ ਨੇ ਲਿਖੀ ਹੈ ਕਿ ਸੁਮੇਧ ਸਿੰਘ ਸੈਣੀ ਦੀ ਪ੍ਰੈਜ਼ੈਂਸ ਦੇ ਵਿੱਚ ਔਰ ਇਹਦੇ ਆਰਡਰਸ ਦੇ ਉੱਤੇ ਟੌਰਚਰ ਕੀਤਾ ਗਿਆ। ਇੱਥੇ ਤੱਕ ਕਿ ਭੁੱਲਰ ਫੈਮਿਲੀ ਦੇ ਲਈ ਉਹਨਾਂ ਨੇ ਲਿਖਿਆ ਹੈ ਕਿ ਜਿਹੜੇ ਪ੍ਰੋਫੈਸਰ ਭੁੱਲਰ ਦੇ ਫਾਦਰ ਸੀ, ਮਿਸਟਰ ਬਲਵੰਤ ਸਿੰਘ ਭੁੱਲਰ, ਉਹਨਾਂ ਨੂੰ ਇੰਨਾ ਟੌਰਚਰ ਕੀਤਾ ਸੀ ਕਿ ਉਹਨਾਂ ਦਾ ਮੂੰਹ ਸੁੱਜਿਆ ਪਿਆ ਸੀ, ਉਹ ਮੈਂਟਲ ਬੈਲੈਂਸ ਵੀ ਲੂਜ਼ ਕਰ ਗਏ ਸੀ, ਉਹਨਾਂ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਤੇ ਜਿਹੜੇ ਹੁਣ ਆਪਾਂ ਵਾਦਾ ਮਾਫ ਗਵਾਹ ਬਣਾਏ ਆ, ਉਹਨਾਂ ਨੇ ਭੁੱਲਰ ਵਾਲੇ ਵੀ ਕੋਈ ਗੱਲਬਾਤ ਦੱਸੀ ਹੈ ਜਾਂ ਸਿਰਫ ਮੁਲਤਾਨੀ ਬਾਰੇ ਹੀ ਗੱਲਬਾਤ ਹੋਈ ਹੈ? ਭੁੱਲਰ ਦੀ, ਜਿੱਦਾਂ ਭੁੱਲਰ ਦੇ ਕਹਿੰਦੇ ਫਾਦਰ ਨੂੰ ਟੌਰਚਰ ਕੀਤਾ ਗਿਆ, ਉਸਦੇ ਮਾਸਟਰ ਨੂੰ ਟੌਰਚਰ ਕੀਤਾ ਗਿਆ, ਉਹਨਾਂ ਦੀ ਡੈਥ ਹੋਈ, ਉਹਨਾਂ ਬਾਰੇ ਵੀ ਉਹ ਵਾਦਾ ਮਾਫ ਗਵਾਹ ਕੁਝ ਬੋਲੇ ਆ, ਦੱਸਿਆ, ਜਾਣਕਾਰੀ ਦਿੱਤੀ ਹੈ, ਜਾਂ ਹਾਲੇ ਸਿਰਫ ਉਹ ਮੁਲਤਾਨੀ ਬਾਰੇ ਹੀ ਕੋਰਟ ਨੂੰ ਉਹਨਾਂ ਨੇ ਆਪਣੇ ਜਿਹੜੇ ਬਿਆਨ ਦਿੱਤੇ ਆ? ਅਜੇ ਤਾਂ ਮੁਲਤਾਨੀ ਬਾਰੇ ਹੀ ਬਿਆਨ ਦਿੱਤੇ, ਪਰ ਉਹਦੇ ਤੋਂ ਕੇਸ ਤਾਂ ਸੇਮ ਹੀ ਪ੍ਰੂਵ ਹੁੰਦਾ ਹੈ ਨਾ ਜੀ, ਬਿਕੋਜ਼ ਸੇਮ ਕੇਸ ਦੇ ਵਿੱਚ 3 ਬੰਦੇ ਗਾਇਬ ਹੋ ਰਹੇ ਆ, ਸੇਮ ਤਰੀਕੇ ਨਾਲ ਗਾਇਬ ਹੋ ਰਹੇ ਆ,
ਸਿਮਿਲਰ ਟਾਈਮ ਤੇ ਲੌਕਅਪ 'ਚ ਪਾਏ ਜਾ ਰਹੇ ਹੈ। ਸੋ ਐਵੀਡੈਂਸ ਜਿਹੜੀ ਪੁਆਇੰਟ ਆਊਟ ਹੋ ਰਹੀ ਹੈ ਉਹ ਤਾਂ ਇਸੇ ਸਾਈਡ ਤੇ ਪੁਆਇੰਟ ਆਊਟ ਕਰ ਰਹੀ ਹੈ ਨਾ ਕਿ ਪੁਲਿਸ ਨੇ ਚੀਜ਼ ਫੈਬਰੀਕੇਟ ਕੀਤੀ, ਐਵੀਡੈਂਸ ਝੂਠੀ ਬਣਾਈ, ਝੂਠੇ ਪਰਚੇ ਦਿੱਤੇ, ਟੌਰਚਰ ਕਰਕੇ ਮਾਰਿਆ। ਸੋ ਉਹ ਮੁਲਤਾਨੀ ਦਾ ਕੇਸ ਪ੍ਰੂਵ ਹੁੰਦਿਆਂ ਭੁੱਲਰ ਦਾ ਆਟੋਮੈਟਿਕਲੀ ਪ੍ਰੂਵ ਹੁੰਦਾ। ਕਿਤੇ ਭੁੱਲਰ ਦਾ ਨਾਮ ਕਿਤੇ ਨਹੀਂ ਆਂਦਾ, ਐਸ ਸੱਚ ਸਪੈਸੀਫਿਕਲੀ ਨਹੀਂ ਆ ਰਿਹਾ, ਬਟ ਇਨਵੈਸਟੀਗੇਸ਼ਨ ਦੌਰਾਨ ਚੀਜ਼ਾਂ ਆ ਰਹੀਆਂ। ਜਿਵੇਂ ਵਿਟਨੈਸ ਜਿਹੜੇ ਹੈਗੇ ਆ, ਭੁੱਲਰ ਦੀ ਮਾਸੀ ਦੇ ਡਾਟਰ ਨੇ ਗਵਾਹੀ ਦਿੱਤੀ ਹੈ, ਸ਼ੀ ਇਜ਼ ਅ ਵਿਟਨੈਸ। ਸੋ ਉਹਦੇ ਫਾਦਰ ਨੂੰ ਚੁੱਕੇ ਜਾਣ ਦੇ ਲਈ ਉਹਨਾਂ ਦੀ 164 ਦੀ ਸਟੇਟਮੈਂਟ ਸ਼ੁਰੂ 'ਚ ਹੀ ਰਿਕਾਰਡ ਹੋਗੀ। ਉਸੇ ਤਰ੍ਹਾਂ ਬਾਕੀਆਂ ਨੇ ਵੀ ਜਿਹੜੇ ਗਵਾਹ ਕੁਛ ਇੱਕ ਦੋ ਅੱਗੇ ਆਏ ਉਹਨਾਂ ਨੇ ਰੈਫਰ ਕੀਤਾ। ਫਿਰ ਭੁੱਲਰ ਦੇ ਇੱਕ ਹੋਰ ਕਜ਼ਨ ਨੇ ਵੀ, ਮਤਲਬ ਸ਼ਾਇਦ ਮਾਸਟਰ ਦੇ ਬੇਟੇ ਨੇ, ਉਹਦੀ ਵੀ ਸਟੇਟਮੈਂਟ ਹੋਈ ਹੈ। ਸੋ ਇਹਨਾਂ ਸਾਰਿਆਂ ਨੇ ਜਿਹੜੇ ਬਿਆਨ ਦਿੱਤੇ ਹੈ, ਜਾਂ ਇੱਕ ਦੋ ਹੋਰ ਜਿਹੜੇ ਗਵਾਹ ਅੱਗੇ ਆਏ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤਾ, ਮੈਂ ਉਹਨਾਂ ਨੂੰ SIT ਕੋਲ ਭੇਜਤਾ, ਉਹਨਾਂ ਨੇ ਵੀ ਆਹੀ ਡਿਟੇਲ ਦਿੱਤੀ ਹੈ ਕਿ ਕਿਸ ਤਰ੍ਹਾਂ ਭੁੱਲਰ ਨੂੰ ਵੀ, ਭੁੱਲਰ ਦੇ ਪੇਰੈਂਟਸ ਫਾਦਰ ਨੂੰ ਟੌਰਚਰ ਕੀਤਾ। ਆਪਾਂ ਇਹ ਕਹਿ ਸਕਦੇ ਹਾਂ ਵੀ SIT ਜਿਹੜੀ ਹੈ ਉਹ ਸਿਰਫ ਮੁਲਤਾਨੀ ਵਾਲੇ ਕੇਸ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੀ, ਬਲਕਿ ਭੁੱਲਰ ਵਾਲੇ ਕੇਸ ਦੀ ਵੀ ਉਹ SIT ਇਨਵੈਸਟੀਗੇਟ ਕਰ ਰਹੀ ਹੈ। ਦੇਖੋ ਕੇਸ ਤਾਂ ਮੁਲਤਾਨੀ ਦੀ ਕੰਪਲੇਂਟ ਤੇ ਤਫਤੀਸ਼ ਹੋਈ ਹੈ, ਤਫਤੀਸ਼ ਉਸੇ ਦੀ ਚੱਲ ਰਹੀ ਹੈ। ਹੁਣ ਉਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਆ ਰਹੀਆਂ ਔਰ ਕੀ ਉਹ ਆਪਣੇ ਡੋਮੇਨ 'ਚ ਲੈ ਰਹੇ ਹੈ, ਉਹ ਤਾਂ ਜਦੋਂ ਚਲਾਨ ਫਾਈਲ ਕਰਨਗੇ ਉਹ ਡਿਟੇਲ ਉਦੋਂ ਆਊਗੀ। ਅਜੇ ਤਾਂ ਹਰ ਬੰਦਾ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਵਾ ਰਿਹਾ ਹੈ, ਕੀ ਰੈਲੇਵੈਂਟ ਹੈ, ਕੀ ਉਹ ਇਰਰੈਲੇਵੈਂਟ ਟਰੀਟ ਕਰਦੇ ਹੈ, ਕਿਹੜੀ ਚੀਜ਼ ਨੂੰ ਉਹ ਉਸੇ ਆਫੈਂਸ ਨਾਲ ਲਿੰਕ ਕਰਦੇ ਹੈ, ਕੀ ਉਹ ਸੈਪਰੇਟ FIR ਗਿਣਦੇ ਹੈ। ਉਹ ਚੀਜ਼ਾਂ ਤਾਂ ਹੁਣ ਜਦੋਂ ਚਲਾਨ ਆਊਗਾ ਉਹਦੇ 'ਚ SIT ਦੀ ਕਲੀਅਰ ਹੋਊਗੀ ਨਾ। ਐਜ਼ ਆਫ ਨਾਓ ਮੁਲਤਾਨੀ ਫੈਮਿਲੀ ਵੱਲੋਂ ਕੰਪਲੇਂਟ ਆਈ ਹੈ, ਭੁੱਲਰ ਫੈਮਿਲੀ ਵੱਲੋਂ ਤਾਂ ਕੰਪਲੇਂਟ ਹੀ ਨਹੀਂ ਆਈ। ਸੋ ਹੁਣ ਤਾਂ ਉਹ SIT ਦਾ ਸਟੈਂਡ ਐਜ਼ ਆਫ ਨਾਓ ਮੈਂ ਤਾਂ ਦੱਸ ਨਹੀਂ ਸਕਦਾ, ਉਹ ਤਾਂ SIT ਜਵਾਬ ਦੇ ਸਕਦੀ ਹੈ ਕਿ ਉਹ ਕੀ ਕਰਨਗੇ। ਪ੍ਰਦੀਪ ਜੀ, ਮੈਂ ਇੱਕ ਚੀਜ਼ ਹੋਰ ਸੋਥੋਂ ਜਾਣਨਾ ਚਾਹ ਰਿਹਾ, ਜਦੋਂ ਮੁਲਤਾਨੀ ਦਾ ਕੇਸ ਆਇਆ ਸੀਗਾ ਉਸ ਟਾਈਮ ਬੈਬਰ ਕਲਾਂ ਤੇ ਬਰਗਾੜੀ ਵਾਲਾ ਜਿਹੜਾ ਮਾਮਲਾ ਸੀਗਾ ਉਸ 'ਚ ਸੁਮੇਧ ਸਿੰਘ ਸੈਣੀ ਅਕਿਊਜ਼ ਨਹੀਂ ਸੀਗੇ। ਹੁਣ ਉਹਨਾਂ ਦੋਨਾਂ ਮਾਮਲਿਆਂ 'ਚ ਪੁਲਿਸ ਨੇ ਉਹਨਾਂ ਨੂੰ ਅਕਿਊਜ਼ ਬਣਾ ਲਿੱਤਾ, ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਕੀ ਲੱਗਦਾ ਕੇਸ 'ਤੇ ਕੋਈ ਫਰਕ ਪਏਗਾ ਇਹਨਾਂ ਚੀਜ਼ਾਂ ਦਾ? ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਡੇ ਕੁਐਸਚਨ ਨਾਲ ਸਹਿਮਤ ਨਹੀਂ ਹਾਂ। ਮੈਨੂੰ ਇੱਕ ਐਜ਼ ਅ ਜਰਨਲਿਸਟ ਤੁਸੀਂ ਗੱਲ ਦਾ ਜਵਾਬ ਦਿਓ, ਸੁਮੇਧ ਸੈਣੀ DGP ਤੋਂ ਕਦੋਂ ਟ੍ਰਾਂਸਫਰ ਹੋਏ? 2015 'ਚ ਜੀ, ਅਕਤੂਬਰ 2015। ਕਿਉਂ ਹੋਏ? ਕਾਰਨ ਤਾਂ ਤੁਸੀਂ ਪ੍ਰੈਸ ਰਿਪੋਰਟ, ਸੇਮ ਕੇਸ ਸੀਗਾ ਬੈਬਰ ਕਲਾਂ ਔਰ ਬਰਗਾੜੀ ਦਾ। ਪੈਬਲ ਕਲਾਂ ਔਰ ਬਰਗਾੜੀ, ਹਾਂਜੀ। ਜੇ ਉਹ ਅਕਿਊਜ਼ਡ ਹੀ ਨਹੀਂ ਸੀ ਫਿਰ ਉਹਨੂੰ ਟ੍ਰਾਂਸਫਰ ਕਿਉਂ ਕੀਤਾ? ਦੇਖੋ ਜੇ ਤੁਸੀਂ ਕਹਿ ਰਹੇ ਹੋ ਕਿ ਉਹ ਤਾਂ ਅਕਿਊਜ਼ਡ ਹੁਣ ਬਣਿਆ, ਉਦੋਂ ਉਹਦਾ ਰੋਲ ਹੀ ਕੋਈ ਨਹੀਂ ਸੀ, ਤੇ ਫਿਰ ਜਿਹੜੀ ਸਰਕਾਰ ਨੇ DGP ਲਾਇਆ ਉਸੇ ਸਰਕਾਰ ਨੇ ਹਟਾਇਆ ਕਿਉਂ DGP ਤੋਂ? ਬਿਲਕੁਲ ਠੀਕ ਹੈ। ਵੇਖੋ ਉਮਰਾ ਨੰਗਲ ਨੂੰ ਉੱਥੇ ਕਮਿਸ਼ਨਰ ਆਫ ਪੁਲਿਸ ਹੁੰਦਿਆਂ ਉਮਰਾ ਨੰਗਲ ਜੂਰਿਸਡਿਕਸ਼ਨ ਚੋਂ ਲੁਧਿਆਣੇ ਦੀ ਬਾਹਰ ਜਾ ਹੀ ਨਹੀਂ ਸਕਦਾ ਸੀ। ਬਿਲਕੁਲ ਠੀਕ ਹੈ। DGP ਦੇ ਆਰਡਰਸ ਨਾਲ ਗਿਆ ਹੈ। ਉਮਰਾ ਨੰਗਲ ਵੀ ਮੰਨ ਰਿਹਾ ਹੈ, ਅੰਡਰਸਟੂਡ ਚੀਜ਼ ਹੈ ਕਿ ਉਹ ਆਪਣੀ ਜੂਰਿਸਡਿਕਸ਼ਨ ਤੋਂ ਬਾਹਰ ਗਿਆ ਹੀ ਤਾਂ ਹੈ। ਉਹਦੇ ਨਾਲ ਪਰਮਜੀਤ ਸਿੰਘ ਪੰਨੂ ਗਿਆ ਹੈ ਜਿਹੜਾ ਲੁਧਿਆਣੇ ਦੀ ਜੂਰਿਸਡਿਕਸ਼ਨ ਚੋਂ ਬਾਹਰ ਨਹੀਂ ਜਾ ਸਕਦਾ ਸੀ, ਜਿਹੜਾ ਸੁਮੇਧ ਸੈਣੀ ਨਾਲ ਦਿੱਲੀ CBI ਕੇਸ ਟ੍ਰਾਇਲ ਭੁਗਤ ਰਿਹਾ। ਇਸ ਤੋਂ ਬਾਅਦ ਲਿੰਕ ਸੈਣੀ ਦਾ ਕੀ ਸੀ? ਡਾਇਰੈਕਟ ਆਰਡਰ ਦੇ ਕੇ ਬੰਦੇ ਭੇਜ ਰਿਹਾ ਹੈ ਜਿਹੜੇ ਜੂਰਿਸਡਿਕਸ਼ਨ ਚੋਂ ਬਾਹਰ DG ਦੇ ਆਰਡਰ ਤੋਂ ਬਿਨਾਂ ਜਾ ਨਹੀਂ ਸਕਦਾ, ਉੱਥੇ ਫਾਇਰਿੰਗ ਹੋ ਰਹੀ ਹੈ, ਫਿਰ ਸਰਕਾਰ ਉਹਨੂੰ ਟ੍ਰਾਂਸਫਰ ਆਊਟ ਕਰ ਰਹੀ ਹੈ। ਇਸ ਤੋਂ ਜ਼ਿਆਦਾ ਇਨਵੋਲਵਮੈਂਟ ਦਾ ਪ੍ਰੂਫ ਕੀ ਹੈ? ਬਿਲਕੁਲ ਠੀਕ ਹੈ। ਹੁਣ ਜੇ ਤੁਸੀਂ ਕਹੋ ਕਿ ਸੈਣੀ ਸਿਰਫ ਨਾਮਜ਼ਦ ਹੋਇਆ, ਚਲਾਨ ਤਾਂ ਸੈਣੀ ਦੇ ਖਿਲਾਫ ਅਜੇ ਤੱਕ ਨਹੀਂ ਆਇਆ। ਹੁਣ ਕੱਲ ਨੂੰ ਜੇ ਚਲਾਨ ਆਊਗਾ ਤੇ ਕੀ ਉਹਨੂੰ ਆਪਾਂ ਵੈਂਡੇਟਾ ਕਵਾਂਗੇ? ਨਹੀਂ। ਤੁਸੀਂ ਇੱਕ ਵਾਰੀ ਇਹ ਚੈੱਕ ਕਰੋ ਉਸ ਵੇਲੇ ਅਖਬਾਰਾਂ ਨੇ ਕੀ ਰਿਪੋਰਟ ਕੀਤਾ ਹੈ। ਤੁਸੀਂ ਪ੍ਰੈਸ ਦੇ ਵਿੱਚ ਵੀ ਆਹੀ ਰਿਪੋਰਟ ਕੀਤਾ ਹੈ ਕਿ ਬਰਗਾੜੀ ਦੇ ਵਿੱਚ ਸੈਣੀ ਦੀ ਇਨਵੋਲਵਮੈਂਟ ਹੈ। ਜੇ ਇਨਵੋਲਵਮੈਂਟ ਹੈ ਤਾਂ ਹੀ ਅੱਜ ਨਾਮਜ਼ਦ ਹੋਇਆ ਨਾ। ਇਹ ਤਾਂ ਸਿਰਫ ਇੱਕ ਫਾਰਮੈਲਿਟੀ ਰਿਕਾਰਡ ਤੇ ਆਈ ਹੈ। ਉਹ ਵੀ ਕਦੋਂ ਆਈ ਹੈ? ਜਦੋਂ ਵਾਅਦਾ ਮਾਫ ਗਵਾਹ ਉਸ ਕੇਸ 'ਚ ਬਣਿਆ, ਉਹ ਵਾਅਦਾ ਮਾਫ ਗਵਾਹ ਦੇ ਖਿਲਾਫ ਐਪਲੀਕੇਸ਼ਨ ਲੱਗੀ ਕਿ ਜੀ ਇਹ ਵਾਅਦਾ ਮਾਫ ਗਵਾਹ ਗਲਤ ਬਣਾਇਆ ਗਿਆ, ਇਹ ਮੇਨ ਅਕਿਊਜ਼ਡ ਹੈ। ਸੋ ਉਸ ਵੇਲੇ ਮਿਸਟਰ ਕੁਮਰ ਵਿਜੇ ਨੇ ਕੋਰਟ ਦੇ ਵਿੱਚ ਆ ਕੇ ਐਕਸਪਲੇਨ ਕੀਤਾ ਜੀ ਇਹ ਮੇਨ ਅਕਿਊਜ਼ ਨਹੀਂ ਹੈ, ਮੇਨ ਅਕਿਊਜ਼ ਸੁਮੇਧ ਸੈਣੀ ਤੇ ਉਮਰਾ ਨੰਗਲ ਹੈ। ਉਸ ਵੇਲੇ ਉਹ ਫਾਰਮਲੀ ਨਾਮਜ਼ਦ ਹੋਏ ਹੈ। ਅਦਰਵਾਈਜ਼ ਅਜੇ ਤੱਕ ਤਫਤੀਸ਼ ਪੈਂਡਿੰਗ ਹੈ। ਅੱਛਾ, ਸੁਮੇਧ ਸਿੰਘ ਸੈਣੀ ਨੂੰ ਬੁਲਾਇਆ ਗਿਆ ਸੀ ਤਫਤੀਸ਼ ਲਈ, ਮਿਸਟਰ ਕੁਮਰ ਵਿਜੇ ਨੇ ਬੁਲਾਇਆ ਸੀ। ਬਿਲਕੁਲ। ਇਹ ਅਕਿਊਜ਼ਡ ਹੀ ਨਹੀਂ ਸੀ, ਬੁਲਾਇਆ ਕਿਉਂ ਸੀ? ਉਹਨਾਂ ਨੇ ਤੁਹਾਨੂੰ ਜਾਂ ਮੈਨੂੰ ਕਿਉਂ ਨਹੀਂ ਬੁਲਾ ਲਿਆ? ਮੇਰਾ ਨਹੀਂ ਖਿਆਲ ਉਹ ਚਾਹ ਪਿਉਣ ਲਈ ਕਿਸੇ ਨੂੰ ਬੁਲਾ ਰਹੇ ਸੀ। ਉਹਨਾਂ ਨੇ ਅਕਿਊਜ਼ਡ ਨੂੰ ਬੁਲਾਇਆ, ਸੁਮੇਧ ਸੈਣੀ ਨੂੰ ਬੁਲਾਇਆ। ਸੋ ਓਬਵੀਅਸ ਜੀ ਗੱਲ ਹੈ ਕਿ ਅੱਜ ਕਿਸੇ ਨੂੰ ਵੀ ਉਹ ਸੁਮੇਧ ਸੈਣੀ ਦਾ ਕੀ ਕਹਾਂ, ਝੂਠ ਮਾਰਨ ਦਾ ਤਰੀਕਾ ਹੈ ਕਿ ਜੀ ਮੈਨੂੰ ਤਾਂ ਜਾਣ ਕੇ ਰੋਪਨ ਕੀਤਾ ਜਾ ਰਿਹਾ ਹੈ। ਸੁਮੇਧ ਸੈਣੀ ਦੇ ਲਈ ਇਨਸਾਫ ਵੈਂਡੇਟਾ ਹੈ। ਬਿਲਕੁਲ ਠੀਕ ਹੈ। ਉਹ ਨਾ ਇਨਸਾਫੀ ਕਰਦਾ ਹੈ, ਔਰ ਜਦੋਂ ਉਹਦੇ ਪਾਪਾਂ ਦੇ ਲਈ ਕੋਈ ਉਹਨੂੰ ਘੇਰਦਾ ਹੈ, ਇਨਸਾਫ ਦੇ ਤਰਾਜ਼ੂ ਦੇ ਵਿੱਚ ਉਹਦੇ ਐਕਟ ਨੂੰ ਤੋਲਿਆ ਜਾਂਦਾ ਹੈ, ਤਾਂ ਸੁਮੇਧ ਸੈਣੀ ਉਹਨੂੰ ਵੈਂਡੇਟਾ ਕਹਿੰਦਾ ਹੈ। ਉਹੀ ਚੀਜ਼ ਇੱਥੇ ਹੈ।
ਪ੍ਰਦੀਪ ਜੀ ਮੈਂ ਜਿਹੜਾ ਜਾਣਨਾ ਚਾਹ ਰਿਹਾ ਸੀ ਵੀ ਇਹ ਦੋਨਾਂ ਕੇਸਾਂ 'ਚ ਹੁਣ ਉਹਨਾਂ ਨੂੰ ਅਕਿਊਜ਼ਡ ਮੰਨ ਲਿਆ, ਬਣਾ ਦਿੱਤਾ ਪੁਲਿਸ ਨੇ, ਆਪਣੀ ਇਨਵੈਸਟੀਗੇਸ਼ਨ 'ਚ ਉਹਨਾਂ ਨੂੰ ਸ਼ਾਮਿਲ ਕਰ ਲਿੱਤਾ, ਹਾਲਾਂਕਿ ਉਹਨਾਂ ਨੇ ਇਨਵੈਸਟੀਗੇਸ਼ਨ ਹਾਲੇ ਜੁਆਇਨ ਨਹੀਂ ਕੀਤੀ ਹੈ। ਤੇ ਮੈਂ ਇਹ ਜਾਣਨਾ ਚਾਹ ਰਿਹਾ ਸੀ ਜਿਹੜਾ ਸੁਪਰੀਮ ਕੋਰਟ 'ਚ ਬੇਲ ਐਪਲੀਕੇਸ਼ਨ ਲੱਗੀ ਹੈ ਅੱਜ, ਜਿਸ 'ਚ ਪੰਜਾਬ ਗੌਰਮੈਂਟ ਟਾਈਮ ਲੈ ਗਈ, ਉੱਥੇ ਕਿਤੇ ਇਹ ਦੋਨੋਂ ਚੀਜ਼ਾਂ ਉੱਥੇ ਕਿਤੇ ਮੈਂਸ਼ਨ ਹੋ ਰਹੀਆਂ ਵੀ ਇਕੱਲਾ ਸਿਰਫ ਇੱਕ ਕੇਸ ਨਹੀਂ ਹੈ ਸੈਣੀ ਸਾਹਿਬ ਦੇ ਖਿਲਾਫ, ਤਾਂ ਹੋਰ ਕਈ ਕੇਸ ਹੈ ਜਿਨ੍ਹਾਂ 'ਚ ਉਹ ਅਕਿਊਜ਼ਡ ਹੈ, ਔਰ ਉਹ ਕੋਈ ਇੱਕ ਕੇਸ ਉਹਨਾਂ ਨੇ ਇੱਕ ਮਾਮਲੇ 'ਚ ਉਹ ਗਲਤ ਨਹੀਂ ਹੈ, ਇੱਕ ਕੇਸ 'ਚ ਮਤਲਬ ਕਿ ਕਿਤੇ ਉਹ ਜਿੱਦਾਂ ਉਹ ਲੈ ਰਿਹਾ ਪਲੀ ਲੈ ਰਹੇ ਆ ਵੀ ਇਹ ਮੇਰੇ ਖਿਲਾਫ ਮਤਲਬ ਕਿ ਜਿਹੜੇ ਮੈਂ ਕੰਮ ਕੀਤੇ ਹੋਏ ਆ ਜਾਂ ਜਿਸ ਉਸ ਦੇ ਕਰਕੇ ਮੇਰੇ ਖਿਲਾਫ ਇਹ ਹੈ, ਤਾਂ ਉਹ ਉੱਥੇ ਕਿਤੇ ਇਹ ਕੇਸ ਆਏ ਆ, ਕਿਤੇ ਮੈਂਸ਼ਨ ਹੋਏ ਆ? ਸੁਮੇਧ ਸਿੰਘ ਸੈਣੀ ਦੇ ਕੰਮਾਂ ਕਰਕੇ ਹੀ ਉਹਦੇ ਖਿਲਾਫ ਹੈ। ਉਹਨੇ ਇਨੋਸੈਂਟ ਬੰਦੇ ਮਾਰੇ ਆ ਤਾਂ ਹੀ ਉਹਨੂੰ ਪ੍ਰੋਸੀਕਿਊਟ ਕਰ ਰਹੇ ਆ। ਮੈਨੂੰ ਇੱਕ ਗੱਲ ਦੱਸੋ, ਇੱਕ ਫੈਮਿਲੀ ਨੂੰ ਇਨੋਸੈਂਟ ਬੰਦੇ ਨੂੰ ਟੈਰਰਿਸਟ ਕਰਾਰ ਦਵਾ ਕੇ ਐਲੀਮੀਨੇਟ ਕਰਨਾ ਕਸਟੋਡੀਅਲ ਟੌਰਚਰ ਤੋਂ ਬਾਅਦ, ਇਹ ਕਿਹੜਾ ਇਹੋ ਜਿਹੇ ਪਾਪ ਦੀ ਸਜ਼ਾ ਦਿਵਾਉਣਾ ਕਿਹੜੀ ਨਾਇਨਸਾਫੀ ਹੈ ਤੇ ਕਿਹੜਾ ਵੈਂਡੇਟਾ ਹੈ? ਦੂਜੀ ਗੱਲ, ਮੈਂ ਆਪ ਜਿਹੜੀ ਰਿਪਲਾਈ ਫਾਈਲ ਕਰਵਾਈ ਹੈ ਕੰਪਲੇਨੈਂਟ ਵੱਲੋਂ, ਉਹਦੇ ਵਿੱਚ ਆਹੀ ਲਿਖਿਆ ਹੈ ਕਿ ਜੀ ਨਾ ਸਿਰਫ ਆ ਕੇ ਸੈਣੀ ਦਾ ਦਿੱਲੀ CBI ਵੱਲੋਂ ਟ੍ਰਾਇਲ ਫੇਸ ਕਰ ਰਿਹਾ ਹੈ ਇਨੋਸੈਂਟ ਫੈਮਿਲੀ ਨੂੰ ਮਾਰਨ ਲਈ। ਉਹ ਅਸੀਂ ਨਹੀਂ ਕਹਿ ਰਹੇ, CBI ਕਹਿ ਰਹੀ ਹੈ ਤਫਤੀਸ਼ ਤੋਂ ਬਾਅਦ, ਜਿਹਦੇ ਲਈ ਸੈਣੀ ਟ੍ਰਾਇਲ ਭੁਗਤ ਰਿਹਾ। ਬਿਲਕੁਲ ਠੀਕ ਹੈ। ਉਸ ਕੇਸ ਦੇ ਵਿਟਨੈਸ ਹੋਸਟਾਈਲ ਹੋ ਗਏ, ਟ੍ਰਾਇਲ ਇਹ ਇਨਫਲੂਐਂਸ ਕਰ ਰਿਹਾ, ਜੱਜਾਂ ਨੂੰ ਇਹ ਧਮਕਾ ਰਿਹਾ, ਹਾਈ ਕੋਰਟ ਦੇ ਜੱਜ ਨੂੰ ਧਮਕਾਇਆ ਇਹਨੇ, ਉਹ ਅਸੀਂ ਰਿਕਾਰਡ ਲਾਇਆ ਸਾਰਾ ਕੋਰਟ ਦੇ ਵਿੱਚ, ਉਹ ਜਜਮੈਂਟ 'ਚ ਰਿਪੋਰਟਡ ਹੈ। ਓਕੇ। ਉਸ ਤੋਂ ਇਲਾਵਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਇੱਕ ਰਿਪੋਰਟ ਟੇਬਲ ਹੋਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇੰਡੀਆ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਸੁਮੇਧ ਸਿੰਘ ਸੈਣੀ ਵਰਗੀਆਂ ਹਿਊਮਨ ਰਾਈਟਸ ਵਾਇਲੇਟਰਸ ਨੂੰ DGP ਬਣਾਇਆ ਜਾਂਦਾ ਹੈ। ਔਰ ਫੈਮਿਲੀਜ਼ ਦੀਆਂ ਸਟੇਟਮੈਂਟਸ ਉਹਨਾਂ ਨੇ ਰਿਕਾਰਡ ਕੀਤੀਆਂ ਜਾਂ ਸਟੇਟਮੈਂਟਸ ਲਈਆਂ ਜਿੱਥੇ ਲੋਕਾਂ ਨੇ ਸੈਣੀ ਦੀ ਕੀਤੀ ਤਸ਼ੱਦਦ ਦੀਆਂ ਡਿਟੇਲਸ ਦਿੱਤੀਆਂ। ਇਹ ਉਹ ਰਿਪੋਰਟ 'ਚ ਲਿਖਿਆ, ਪੈਰਾ 70 ਉਸ ਰਿਪੋਰਟ ਦਾ, ਅਸੀਂ ਉਹ ਵੀ ਨਾਲ ਲਾਇਆ। ਸੋ ਸੈਣੀ ਦੇ ਕੰਮਾਂ ਕਰਕੇ ਹੀ, ਵਰਦੀ ਦੀ ਦੁਰਵਰਤੋਂ ਕਰਕੇ ਹੀ ਉਹਨੂੰ ਪ੍ਰੋਸੀਕਿਊਟ ਕਰ ਰਹੇ, ਤਾਂ ਅਸੀਂ ਕਹਿ ਹੀ ਰਹੇ ਹਾਂ। ਇਹ ਤਾਂ ਸੁਮੇਧ ਸੈਣੀ ਹੈ ਜਿਹੜਾ ਉਹਨੂੰ ਵੈਂਡੇਟਾ ਦਾ ਕਵਰ ਦੇ ਰਿਹਾ। ਹੁਣ ਸੁਮੇਧ ਸੈਣੀ ਨੇ ਕੋਰਟ ਦੇ ਵਿੱਚ ਆ ਨਹੀਂ ਕਿਹਾ ਕਿ ਜੀ ਮੈਨੂੰ ਤਾਂ ਬੁਲਾਇਆ ਵੀ ਸੀ ਪਹਿਲਾਂ ਤਫਤੀਸ਼ ਜੁਆਇਨ ਕਰਨ ਲਈ ਮਿਸਟਰ ਕੁੰਵਰ ਵਿਜੇ ਨੇ। ਸੋ ਸੈਣੀ ਨੇ ਆ ਨਹੀਂ ਕਿਹਾ ਕਿ ਮੈਨੂੰ ਜਿਹੜੀ ਸਰਕਾਰ ਨੇ DG ਲਾਇਆ ਉਸੇ ਨੇ ਕਿਉਂ ਟ੍ਰਾਂਸਫਰ ਆਊਟ ਕੀਤਾ। ਜਦੋਂ ਬਾਦਲ ਗਵਰਨਮੈਂਟ ਨੇ ਸੁਮੇਧ ਸੈਣੀ ਨੂੰ DGP ਲਾਇਆ ਸੀ, ਉਦੋਂ ਕੋਈ ਦਵਾਈ ਤਾਂ ਹੈ ਨਹੀਂ ਕਿ ਐਕਸਪਾਇਰੀ ਡੇਟ ਦੇ ਨਾਲ ਸੀ। ਬਿਲਕੁਲ ਠੀਕ ਹੈ। ਜਾਂ ਤਾਂ ਰਿਟਾਇਰਮੈਂਟ ਹੁੰਦੀ ਇਹਦੀ, ਮਿਡ ਟਰਮ ਇਹਨੂੰ ਬਦਲਿਆ ਤੇ ਇਹਦੀ ਹਰਕਤਾਂ ਕਰਕੇ ਬਦਲਿਆ ਔਰ ਬਰਗਾੜੀ ਕੇਸ ਕਰਕੇ ਬਦਲਿਆ। ਨਾਲ ਉਸੇ ਸਰਕਾਰ ਨੇ ਬਦਲਿਆ ਜਿਹਨੇ ਲਗਾਇਆ ਸੀ ਸਰਕਾਰ ਚੇਂਜ ਹੋਈ ਸਰਕਾਰ। ਬਿਲਕੁਲ, ਤਾਂ ਵੀ ਆਪਾਂ ਕਹਿੰਦੇ ਕਿ ਹਾਂ ਯਾਰ ਪੋਲੀਟੀਕਲ ਪੋਸਟ ਬਣਾਤੀ DGP ਦੀ, ਉਹ ਵੀ ਕੁਝ ਨਹੀਂ ਹੋਇਆ। ਉਸੇ ਸਰਕਾਰ ਨੇ ਬਦਲਿਆ ਔਰ ਬਰਗਾੜੀ ਐਂਡ ਬੈਬਲ ਕਲਾਂ ਦੀ ਹਰਕਤ ਕਰਕੇ ਬਦਲਿਆ। ਉਹ ਇਨਸੀਡੈਂਟ ਜੋ ਕੀਤਾ ਉੱਥੇ, ਮਤਲਬ ਮੇਰੇ ਓਪੀਨੀਅਨ ਤੇ ਨਾ ਜਾਓ, ਉੱਥੇ ਦੇ ਲੋਕਾਂ ਨੂੰ ਪੁੱਛੋ ਉਹ ਕੀ ਕਹਿੰਦੇ, ਸੈਣੀ ਦੀ ਇਨਵੋਲਵਮੈਂਟ ਸੀ ਕਿ ਨਹੀਂ। ਬਿਲਕੁਲ ਠੀਕ ਹੈ। ਤੇ ਫਿਰ ਸੈਣੀ ਕਿਸ ਬੇਸ ਤੇ ਕਹਿ ਰਹੇ ਦੀ ਇਨਵੋਲਵਮੈਂਟ ਹੈ ਨਹੀਂ? ਇਹ ਤਾਂ ਪੰਜਾਬ ਦਾ ਬੱਚਾ ਜਾਣਦਾ ਕਿ ਸੈਣੀ ਦੀ ਇਨਵੋਲਵਮੈਂਟ ਹੈ। ਸੋ ਅਸੀਂ ਉਹ ਸਾਰਾ ਚਿੱਠਾ ਅੱਗੇ ਰੱਖਿਆ ਔਰ ਸੈਣੀ ਉਸ ਚੀਜ਼ ਨੂੰ ਇਹ ਟਰਨ ਦੇ ਰਿਹਾ ਕਿ ਮੈਨੂੰ ਵੈਂਡੇਟਾ ਕਰਕੇ ਬਰਗਾੜੀ ਔਰ ਬੈਬਲ ਕਲਾਂ 'ਚ ਰੋਪਨ ਕੀਤਾ ਜਾ ਰਿਹਾ। ਉਹ ਤੁਹਾਡੇ ਦਰਸ਼ਕ ਵੀ ਜਾਣਦੇ ਕੀ ਸੱਚਾਈ ਹੈ, ਉਹਦੇ 'ਚ ਕੋਈ ਦੋ ਰਾਏ ਨਹੀਂ। ਮੈਂ ਆਪਾਂ ਇਹ ਕਹਿ ਸਕਦੇ ਹਾਂ ਇਸ ਦਾ ਮਤਲਬ ਹੁਣ ਸੁਪਰੀਮ ਕੋਰਟ ਕੋਲ ਜਿਹੜੀ ਪਿਕਚਰ ਹੈ ਬਿਲਕੁਲ ਸਾਫ਼ ਹੈ। ਉਹਨੂੰ ਇੱਦਾਂ ਨਹੀਂ ਕਹਿ ਸਕਦੇ ਵੀ ਸਿਰਫ ਇੱਕ ਜਿਹੜਾ ਮੁਲਤਾਨੀ ਵਾਲੇ ਕੇਸ ਦੀ ਉਹ ਸੁਣਵਾਈ ਕਰ ਰਿਹਾ, ਬਲਕਿ ਉਹਨਾਂ ਕੋਲੇ ਹੋਰ ਸਾਰੇ ਕੇਸਾਂ ਦੀ ਵੀ ਜਾਣਕਾਰੀ ਹੈਗੀ ਹੈ। ਹੁਣ ਜਿਹੜਾ ਵੀ ਫੈਸਲਾ ਆਏਗਾ ਇਸ ਦਾ ਮਤਲਬ ਉਹ ਸਾਰਾ ਕੁਝ ਦੇਖਣ ਤੋਂ ਬਾਅਦ ਫੈਸਲਾ ਆਏਗਾ, ਨਾ ਕਿ ਸਿਰਫ ਇੱਕ ਮੁਲਤਾਨੀ ਵਾਲੇ ਕੇਸ 'ਚ ਫੈਸਲਾ ਆਏਗਾ ਵੀ ਇਹਨੂੰ ਬੇਲ ਦਿੱਤੀ ਜਾਏ ਜਾਂ ਨਾ ਦਿੱਤੀ ਜਾਏ। ਬਿਲਕੁਲ ਉਸੇ ਤਰ੍ਹਾਂ ਹੀ ਆਊਗਾ, ਬਿਕੋਜ਼ ਇੰਪੈਕਟ ਬੇਸ਼ੱਕ ਮੁਲਤਾਨੀ ਕੇਸ 'ਤੇ ਹੀ ਕਰੂਗਾ। ਉਹ ਦੂਜੇ ਕੇਸਿਸ ਉਹਨਾਂ ਕੋਲ ਚੈਲੰਜ ਨਹੀਂ ਹੈ, ਇੰਪੈਕਟ ਮੁਲਤਾਨੀ ਕੇਸ 'ਤੇ ਹੈ। ਪਰ ਅਸੀਂ ਇਹਦਾ ਕੱਚਾ ਚਿੱਠਾ ਕੋਰਟ ਦੇ ਸਾਹਮਣੇ ਜ਼ਰੂਰ ਰੱਖਿਆ ਕਿ ਜੀ ਇਹ ਡੈਕੋਰੇਟਡ ਜੇ ਹੈ ਤੇ ਮੈਡਲਸ ਤੋਂ ਡੈਕੋਰੇਟਡ ਨਹੀਂ ਹੈ, ਨਾ ਇਹਨੂੰ ਕੋਈ ਮੈਡਲਸ ਮਿਲੇ ਹੈ। ਉਹ ਡਿਸਟਿੰਗੁਇਸ਼ ਸਰਵਿਸ ਆ, ਮੈਰੀਟੋਰੀਅਸ ਸਰਵਿਸ ਮੈਡਲ ਜਿਹੜੇ ਦੂਜਿਆਂ ਨੂੰ ਮਿਲੇ ਹੁੰਦੇ, ਇਹਨੂੰ ਉਹ ਵੀ ਨਹੀਂ ਮਿਲੇ। ਇਹ ਸੈਂਟਰ DIG ਇੰਪੈਨਲ ਹੈ, ਸਰਵਿਸ ਦੇ ਸ਼ੁਰੂ 'ਚ ਕੋਈ ਇੱਕ ਅੱਧਾ ਮਿਲ ਗਿਆ ਹੋਵੇ ਤਾਂ ਮਿਲ ਗਿਆ ਹੋਵੇ, ਅਦਰਵਾਈਜ਼ ਇਹਨੂੰ ਮੈਡਲ ਨਹੀਂ ਮਿਲੇ। ਅੱਛਾ, DIG ਤੋਂ ਉੱਪਰ ਹਾਲੇ ਤੱਕ ਪਹੁੰਚਿਆ ਹੀ ਨਹੀਂ। DIG ਇੰਪੈਨਲਡ ਹੈ ਸੈਂਟਰ ਦੇ ਵਿੱਚ। ਇਹ ਰਿਟਾਇਰ ਹੀ, ਮਤਲਬ ਨਾ IG ਇੰਪੈਨਲ ਹੋਇਆ, ਨਾ ADGP, ਨਾ DG ਰੈਂਕ ਸੈਂਟਰ 'ਚ। ਜੇ ਸੈਂਟਰਲ ਡੈਪੂਟੇਸ਼ਨ ਤੇ ਜਾਂਦਾ, DIG ਜਾਂਦਾ। ਓਕੇ, ਇਹ ਜਿਹੀਆਂ ਗੱਲਾਂ, ਇਹ ਕਈ ਇਹ ਜਿਹੀਆਂ ਗੱਲਾਂ ਜਿਹੜੀਆਂ ਕਿ ਹਾਲੇ ਤੱਕ ਸਾਹਮਣੇ ਨਹੀਂ ਆਈਆਂ। ਐਗਜ਼ੈਕਟਲੀ, ਉਸੇ ਕਰਕੇ ਮੈਂ ਕਹਿ ਰਿਹਾ ਕਿ ਸੈਣੀ ਦੇ ਜੋ ਐਕਸ਼ਨਸ ਰਹੇ ਹੈ ਉਹ ਅਸੀਂ ਕੋਰਟ ਦੇ ਸਾਹਮਣੇ ਰੱਖੇ ਆ ਸਾਰੇ, ਉਹ ਸਾਰੀਆਂ ਡਿਟੇਲਸ ਦਿੱਤੀਆਂ। ਸੋ ਬੇਸ਼ੱਕ ਮੁਲਤਾਨੀ ਕੇਸ ਦੇ ਵਿੱਚ ਐਂਟੀਸਪੇਟਰੀ ਬੇਲ ਜਦੋਂ ਕੋਈ ਡਿਸਾਈਡ ਹੁੰਦੀ ਹੈ ਜਾਂ ਰੈਗੂਲਰ ਬੇਲ ਡਿਸਾਈਡ ਹੁੰਦੀ ਹੈ, ਉਸ ਕੇਸ ਦੀਆਂ ਵੀ ਮੈਰਿਟਸ ਦੇ ਉੱਤੇ ਫਾਈਂਡਿੰਗ ਨਹੀਂ ਹੁੰਦੀ। ਉਹ ਫਾਈਂਡਿੰਗ ਹੁੰਦੀ ਹੈ ਕਿ ਜੇਲ੍ਹ 'ਚ ਰੱਖਣਾ ਜ਼ਰੂਰੀ ਹੈ ਜਾਂ ਨਹੀਂ। ਸੋ ਪਰ ਅਸੀਂ ਇਹਦਾ ਚਿੱਠਾ ਜ਼ਰੂਰ ਸਾਹਮਣੇ ਰੱਖਿਆ ਕਿ ਜੀ ਕਿਉਂ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਜ਼ਰੂਰੀ ਹੈ, ਔਰ ਇੱਕ ਜਿਹੋ ਜਿਹਾ ਆਪਣੇ ਆਪ ਨੂੰ ਇੱਕ ਫੇਅਰ ਆਫੀਸਰ ਸ਼ੋਅ ਕਰ ਰਿਹਾ ਇਹ ਉਹ ਨਹੀਂ ਹੈ। ਇਹਦੀ ਕੀ ਸੱਚਾਈ ਹੈ ਉਹ ਅਸੀਂ ਕੋਰਟ ਦੇ ਸਾਹਮਣੇ ਰੱਖੀ ਹੈ। ਚਲੋ, ਥੈਂਕ ਯੂ ਪ੍ਰਦੀਪ ਜੀ। ਇਹ ਸੀਗੇ ਪ੍ਰਦੀਪ ਵਿਰਕ ਜੀ, ਜੋ ਕਿ ਮੁਲਤਾਨੀ ਵਾਲੇ ਕੇਸ 'ਚ ਕੰਪਲੇਨੈਂਟ ਵੱਲੋਂ ਹੈ, ਵਕੀਲ ਨੇ,
ਔਰ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ 'ਚ ਜਿਹੜਾ ਮੁਲਤਾਨੀ ਵਾਲੇ ਕੇਸ 'ਚ ਬੇਲ ਐਪਲੀਕੇਸ਼ਨ ਲੱਗੀ ਆ ਉਸ 'ਚ ਪੰਜਾਬ ਸਰਕਾਰ ਨੇ ਟਾਈਮ ਮੰਗ ਲਿੱਤਾ ਔਰ ਸੁਪਰੀਮ ਕੋਰਟ ਨੇ 2 ਹਫ਼ਤੇ ਦਾ ਟਾਈਮ ਦਿੱਤਾ। ਪਰ ਉਹਨਾਂ ਦਾ ਨਾਲ ਇਹ ਵੀ ਕਹਿਣਾ ਹੈ ਅਸੀਂ ਸੁਪਰੀਮ ਕੋਰਟ ਵਿੱਚ ਸਿਰਫ ਮੁਲਤਾਨੀ ਵਾਲੇ ਕੇਸ ਦਾ ਹੀ ਹਵਾਲਾ ਨਹੀਂ ਦਿੱਤਾ, ਬਲਕਿ ਹੋਰ ਜਿੰਨੇ ਵੀ ਸੈਣੀ ਸਾਹਿਬ ਦੇ ਖਿਲਾਫ ਜਿੰਨੇ ਵੀ ਮਾਮਲੇ ਆ ਉਹਨਾਂ ਸਭ ਦੀ ਡਿਟੇਲ ਵੀ ਦਿੱਤੀ ਹੈ। ਇੰਨਾ ਹੀ ਨਹੀਂ, ਸੈਣੀ ਮੋਟਰਸ ਵਾਲਾ ਜਿਹੜਾ ਕਿ 1994 ਦਾ ਕੇਸ ਹੈ ਔਰ ਦਿੱਲੀ ਹਾਈ ਕੋਰਟ ਵਿੱਚ ਅੱਜ ਵੀ ਪੈਂਡਿੰਗ ਹੈ, ਉਸ ਦੀ ਜਾਣਕਾਰੀ ਵੀ ਸੁਪਰੀਮ ਕੋਰਟ ਨੂੰ ਦਿੱਤੀ ਹੈ ਵੀ ਕਿਸ ਤਰ੍ਹਾਂ ਇਹ ਟ੍ਰਾਇਲ ਤੋਂ ਬਚਦੇ ਨੇ, ਕਿਸ ਤਰ੍ਹਾਂ ਇਹ ਕੇਸ ਨੂੰ ਲੰਬਾ ਖਿੱਚਦੇ ਆ ਔਰ ਕਿਸ ਤਰ੍ਹਾਂ ਇਹ ਗਵਾਹਾਂ ਨੂੰ ਪ੍ਰਭਾਵਿਤ ਕਰਦੇ ਆ, ਹਾਈ ਕੋਰਟ ਦੇ ਜੱਜ ਨੂੰ ਕਿਸ ਤਰ੍ਹਾਂ ਥ੍ਰੈਟ ਕਰਦੇ ਆ। ਇਹ ਸਾਰੀ ਜਾਣਕਾਰੀ ਸੁਪਰੀਮ ਕੋਰਟ ਨੂੰ ਦੇ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।